ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ। ਸ਼ਹੀਦ ਭਗਤ ਸਿੰਘ ਜੀ ਬਾਰੇ। ਬੰਬ ਸੁੱਟਣ ਦਾ ਸਿਆਸੀ ਮਕਸਦ। ਬੰਬ ਸੁੱਟਣ ਤੋਂ ਬਾਅਦ ਅਸੈਂਬਲੀ ਭਵਨ ਵਿੱਚ ਸੁੱਟੇ ਗਏ ਪਰਚਿਆਂ ਵਿੱਚ ਨਾ ਸਿਰਫ ਮੌਕੇ ਦੇ ਹਾਲਾਤਾਂ ਬਾਰੇ ਇਨਕਲਾਬੀਆਂ ਦੇ ਵਿਚਾਰਾਂ ਦਾ ਸਾਰ ਤੱਤ ਦਰਜ ਕੀਤਾ ਗਿਆ ਸੀ, ਸਗੋਂ ਉਹਨਾਂ ਆਮ ਵਿਚਾਰਾਂ ਦੀ ਸੇਧ ਵੀ ਦੱਸੀ ਗਈ ਸੀ। ਇਹ ਪਰਚਾ ਇੱਕ ਮਹੱਤਵਪੂਰਨ ਸਿਆਸੀ ਦਸਤਾਵੇਜ਼ ਸੀ। ਪਰਚੇ ਵਿੱਚ ਦੱਸਿਆ ਗਿਆ ਸੀ, ਇੱਥੇ ਅਸੀਂ ਸੁਧਾਰਾਂ ਦੇ ਪਿਛਲੇ 10 ਵਰ੍ਹਿਆਂ ਦੇ ਬੇਇੱਜ਼ਤੀ ਭਰੇ ਇਤਿਹਾਸ ਨੂੰ ਨਹੀਂ ਦੁਹਰਾਵਾਂਗੇ, ਨਾ ਹੀ ਇਸ ਸਭਾ ਜਾਣੀ ਅਖੌਤੀ ਪਾਰਲੀਮੈਂਟ ਰਾਹੀਂ ਭਾਰਤੀ ਕੌਮ ਦੇ ਮੱਥੇ 'ਤੇ ਜੋ ਅਪਮਾਨ ਥੋਪੇ ਗਏ ਹਨ ਉਹਨਾਂ ਦਾ ਜ਼ਿਕਰ ਕਰਾਂਗੇ। ਅਸੀਂ ਤਾਂ ਸਿਰਫ ਇਹ ਦੱਸਣਾ ਚਾਹੁੰਦੇ ਹਾਂ ਕਿ ਜਦ ਇਹ ਲੋਕ ਸਾਈਮਨ ਕਮਿਸ਼ਨ ਤੋਂ ਕੁਝ ਹੋਰ ਸੁਧਾਰਾਂ ਦੀ ਝੂਠ ਦੀ ਆਸ ਕਰ ਰਹੇ ਹਨ ਅਤੇ ਅਸੀਂ ਇਹਨਾਂ ਉਡੀਕੀਆਂ ਜਾ ਰਹੀਆਂ ਹੱਡੀਆਂ ਦੀ ਵੰਡ ਲਈ ਆਪਸ ਵਿੱਚ ਲੜ ਝਗੜ ਵੀ ਰਹੇ ਹਨ। ਉਸ ਸਮੇਂ ਸਰਕਾਰ ਸਾਡੇ ਉੱਤੇ ਪਬਲਿਕ ਸੇਫਟੀ ਬਿੱਲ ਅਤੇ ਟ੍ਰੇਡ ਡਿਸਪਿਊਟ ਬਿੱਲ ਜਿਹੇ ਜ਼ਬਰ ਕਾਨੂੰਨ ਠੋਸ ਰਹੀ ਹੈ ਅਤੇ ਪ੍ਰੈਸ ਬਿੱਲ ਨੂੰ ਆਉਣ ਵਾਲੇ ਇਜਲਾਸ ਵਿੱਚ ਪੇਸ਼ ਕਰਨ ਮਿੱਥਿਆ ਗਿਆ ਹੈ। ਖੁੱਲ੍ਹੇ ਤੌਰ 'ਤੇ ਕੰਮ ਕਰਨ ਵਾਲੇ ਮਜ਼ਦੂਰ ਆਗੂਆਂ ਦੀਆਂ ਅੰਨ੍ਹੇਵਾਹ ਗ੍ਰਿਫਤਾਰੀਆਂ ਤੋਂ ਸਾਫ਼ ਦਿਸਦਾ ਹੈ ਕਿ ਹਵਾ ਦਾ ਰੁੱਖ ਕਿੱਧਰ ਨੂੰ ਹੈ। ਇਹਨਾਂ ਬੇਹੱਦ ਭੜਕਾਊ ਹਾਲਾਤਾਂ ਵਿੱਚ ਹਿੰਦੁਸਤਾਨ ਸਮਾਜਵਾਦੀ ਪ੍ਰਜਾਤੰਤਰ ਸੰਘ ਨੇ ਸੰਜੀਦਗੀ ਨਾਲ ਅਤੇ ਪੂਰੀ ਜ਼ਿੰਮੇਵਾਰੀ ਦਾ ਅਹਿਸਾਸ ਕਰਦੇ ਹੋਏ ਇਹ ਫੈਸਲਾ ਕੀਤਾ ਹੈ ਅਤੇ ਆਪਣੀ ਫੌਜ ਨੂੰ ਇਹ ਵਿਸ਼ੇਸ਼ ਕੰਮ ਕਰਨ ਦਾ ਹੁਕਮ ਦਿੱਤਾ ਹੈ ਕਿ ਇਸ ਜਲੀਲ ਕਰਨ ਵਾਲੀ ਸ਼ਕਤੀ ਨੂੰ ਠੱਲ੍ਹ ਪਾਈ ਜਾਵੇ। ਬੇਦੋਸ਼ੀ ਨੌਕਰਸ਼ਾਹੀ ਅਤੇ ਲੁਟੇਰੇ ਮਨਮਾਨੀ ਪਏ ਕਰਨ, ਪਰ ਉਹਨਾਂ ਦਾ ਅਸਲ ਰੂਪ ਜਨਤਾ ਸਾਹਮਣੇ ਨੰਗਾ ਕਰਨਾ ਜ਼ਰੂਰੀ ਹੈ। ਲੋਕਾਂ ਦੇ ਨੁਮਾਇੰਦੇ ਆਪਣੇ ਹਲਕਿਆਂ ਨੂੰ ਵਾਪਸ ਚਲੇ ਜਾਣ ਅਤੇ ਜਨਤਾ ਨੂੰ ਆ ਰਹੇ ਇਨਕਲਾਬ ਲਈ ਤਿਆਰ ਕਰਨ। ਸਰਕਾਰ ਵੀ ਸਮਝ ਲਵੇ ਕਿ ਭਾਰਤ ਦੀ ਬੇਵੱਸ ਜਨਤਾ ਵੱਲੋਂ ਪਬਲਿਕ ਸੇਫਟੀ ਬਿੱਲ, ਟ੍ਰੇਡ ਡਿਸਪਿਊਟ ਬਿੱਲ ਤੇ ਲਾਲਾ ਲਾਜਪਤ ਰਾਏ ਦੇ ਵਾਸ਼ੀਆਨਾ ਕਤਲ ਦੇ ਵਿਰੋਧ ਰੋਸ ਪ੍ਰਗਟ ਕਰਦੇ ਹੋਏ ਅਸੀਂ ਇਸ ਗੱਲ ਉੱਤੇ ਜ਼ੋਰ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਵਿਅਕਤੀਆਂ ਨੂੰ ਖਤਮ ਕਰ ਸਕਦੇ ਹੋ, ਵਿਚਾਰਾਂ ਨੂੰ ਨਹੀਂ। ਵਿਸ਼ਾਲ ਸਾਮਰਾਜ ਮਿੱਟੀ ਵਿੱਚ ਮਿਲ ਗਏ ਪਰ ਵਿਚਾਰ ਕਾਇਮ ਰਹੇ। ਬੋਰਬਨ ਤੇ ਜਾ ਢਹਿ ਹੋ ਗਏ ਅਤੇ ਇਨਕਲਾਬ ਜਿੱਤ ਦੇ ਤਰਾਨੇ ਗਾਉਂਦਾ ਅੱਗੇ ਵੱਧਦਾ ਗਿਆ। ਅਸੀਂ ਮਨੁੱਖੀ ਜੀਵਨ ਨੂੰ ਬੜਾ ਪਵਿੱਤਰ ਮੰਨਦੇ ਹਾਂ ਅਤੇ ਉਸ ਦੇ ਸੁਨਹਿਰੀ ਭਵਿੱਖ ਦਾ ਸੁਪਨਾ ਵੇਖਦੇ ਹਾਂ। ਜਦੋਂ ਮਨੁੱਖ ਪੂਰਨ ਸ਼ਾਂਤੀ ਅਤੇ ਆਜ਼ਾਦੀ ਵਿੱਚ ਵਿਚਰੇਗਾ, ਸਾਨੂੰ ਇਹ ਪ੍ਰਵਾਨ ਕਰਦਿਆਂ ਦੁੱਖ ਹੁੰਦਾ ਹੈ ਕਿ ਅਸੀਂ ਇਨਸਾਨੀ ਖੂਨ ਡੋਲਣ 'ਤੇ ਮਜਬੂਰ ਕੀਤੇ ਗਏ ਹਾਂ। ਪਰ ਸਭਨਾਂ ਲਈ ਆਜ਼ਾਦੀ ਲਿਆਉਣ ਵਾਲੇ ਅਤੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਸੁੱਟ ਨੂੰ ਜੜੋਂ ਖਤਮ ਕਰਨ ਵਾਲੇ ਮਹਾਨ ਇਨਕਲਾਬ ਦੀ ਬੇਦੀ ਉੱਤੇ ਕੁਝ ਵਿਅਕਤੀਆਂ ਦੀ ਬਲੀ ਅਟੱਲ ਹੈ। ਇਨਕਲਾਬ ਜ਼ਿੰਦਾਬਾਦ। ਭੁੱਖ ਹੜਤਾਲ ਦਾ ਹਥਿਆਰ। ਕੇਂਦਰੀ ਕਮੇਟੀ ਨੇ ਪਹਿਲਾਂ ਹੀ ਇਹ ਫੈਸਲਾ ਕੀਤਾ ਹੋਇਆ ਸੀ ਕਿ ਜੇਲ੍ਹਾਂ ਅੰਦਰ ਸਿਆਸੀ ਕੈਦੀਆਂ ਨਾਲ ਜੋ ਗੈਰ ਮਨੁੱਖੀ ਅਤੇ ਅਪਮਾਨਜਨਕ ਵਿਹਾਰ ਹੁੰਦਾ ਹੈ, ਜੇਲ੍ਹ ਜਾਣ ਵਾਲੇ ਸਾਰੇ ਇਨਕਲਾਬੀਆਂ ਨੇ ਉਸ ਦੇ ਖਿਲਾਫ ਘੋਲ ਕਰਨਾ ਹੈ। 12 ਜੂਨ 1929 ਨੂੰ ਅਸੈਂਬਲੀ ਬੰਬ ਕੇਸ ਦਾ ਡਰਾਮਾ ਖਤਮ ਹੋਇਆ। ਭਗਤ ਸਿੰਘ ਅਤੇ ਬੀ.ਕੇ. ਦੱਤ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ। ਭਗਤ ਸਿੰਘ ਨੂੰ ਪੰਜਾਬ ਮੀਆਂਵਾਲੀ ਜੇਲ੍ਹ ਵਿੱਚ ਅਤੇ ਬੀ.ਕੇ. ਦੱਤ ਨੂੰ ਲਾਹੌਰ ਕੇਂਦਰੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਉਹਨਾਂ ਨੇ ਅਗਲੀ ਕਾਰਵਾਈ ਦੀ ਯੋਜਨਾ ਗੱਡੀ ਵਿੱਚ ਹੀ ਬਣਾ ਲਈ ਅਤੇ ਹੁਣ ਜੇਲ੍ਹਾਂ ਅੰਦਰ ਸਿਆਸੀ ਕੈਦੀਆਂ ਨਾਲ ਵਿਹਾਰ ਵਿੱਚ ਸੁਧਾਰ ਕਰਾਉਣ ਲਈ ਜੱਦੋ-ਜਹਿਦ ਆਰੰਭੀ ਜਾਵੇ। ਉਹਨਾਂ 14 ਜੂਨ ਤੋਂ ਭੁੱਖ ਹੜਤਾਲ ਸ਼ੁਰੂ ਕਰਕੇ 17 ਜੂਨ ਨੂੰ ਆਪਣੀਆਂ ਮੰਗਾਂ ਦੀ ਸੂਚੀ ਵੱਖ-ਵੱਖ ਪੱਤਰਾਂ ਸਰਕਾਰ ਨੂੰ ਭੇਜ ਦਿੱਤੀ। ਉਹਨਾਂ ਦੀ ਇਹ ਮੰਗ ਸੀ ਕਿ ਸਾਨੂੰ ਸਿਆਸੀ ਕੈਦੀ ਮੰਨਿਆ ਜਾਵੇ ਅਤੇ ਸਿਆਸੀ ਕੈਦੀਆਂ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ। ਮੰਗਾਂ ਦੀ ਸੂਚੀ ਇਸ ਤਰ੍ਹਾਂ ਸੀ: ਚੰਗੀ ਖੁਰਾਕ, ਮਸ਼ੱਕਤ ਤੋਂ ਛੋਟ, ਅਖਬਾਰ ਅਤੇ ਹਰ ਤਰ੍ਹਾਂ ਦਾ ਸਾਹਿਤ ਮਿਲੇ, ਨਹਾਉਣ ਧੋਣ ਦੀਆਂ ਸਭ ਸਹੂਲਤਾਂ, ਚੰਗੇਰੀ ਰਿਹਾਇਸ਼ ਦਾ ਪ੍ਰਬੰਧ, ਆਪਣੇ ਕੱਪੜੇ ਪਹਿਨਣ ਦੀ ਆਗਿਆ। 10 ਜੁਲਾਈ ਨੂੰ ਭਗਤ ਸਿੰਘ ਦੱਤ ਨੇ ਦੂਸਰੇ ਸਾਥੀਆਂ ਦਾ ਮੁਕੱਦਮਾ ਸ਼ੁਰੂ ਹੋਇਆ। ਸਾਰੇ ਇਨਕਲਾਬੀ ਸਾਥੀ ਅਦਾਲਤ ਵਿੱਚ ਮਿਲੇ। ਭਗਤ ਸਿੰਘ ਨੂੰ ਖਾਣਾ ਛੱਡੇ ਨੂੰ 1 ਮਹੀਨੇ ਤੋਂ ਉੱਪਰ ਹੋ ਚੁੱਕਿਆ ਸੀ ਅਤੇ ਫਿਰ ਵੀ ਉਹ ਅਦਾਲਤ ਵਿੱਚ ਪੇਸ਼ੀ ਭੁਗਤਣ ਆਇਆ। ਜਿਸ ਸਮੇਂ ਸਟ੍ਰੈਚਰ ਉੱਤੇ ਪਾ ਕੇ ਉਸ ਨੂੰ ਅਦਾਲਤ ਵਿੱਚ ਲਿਆਂਦਾ ਗਿਆ ਤਾਂ ਉਸ ਨੂੰ ਦੇਖ ਕੇ ਨਾਲ ਦੇ ਸਾਥੀਆਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਹ ਪਹਿਲਾਂ ਵਾਲਾ ਭਗਤ ਸਿੰਘ ਨਹੀਂ ਸੀ ਜਿਸ ਦਾ ਖੂਬਸੂਰਤ ਰਿਸ਼ਟ-ਪੁਸ਼ਤ ਅਤੇ ਭਲਵਾਨ ਸਰੀਰ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਸੀ। ਉਹ ਹੁਣ ਪਹਿਲਾਂ ਵਾਲੇ ਭਗਤ ਸਿੰਘ ਦਾ ਪਰਛਾਵਾਂ ਮਾਤਰ ਹੀ ਰਹਿ ਗਿਆ ਸੀ, ਪੀਲਾ ਅਤੇ ਕਮਜ਼ੋਰ। ਜੇਲ੍ਹ ਅੰਦਰ ਦੇ ਲਗਾਤਾਰ ਜਬਰੇ ਅਤੇ ਲੰਮੀ ਭੁੱਖ ਹੜਤਾਲ ਨਾਲ ਉਸ ਦਾ ਜ਼ੋਰਾਵਰ ਸਰੀਰ ਸੁੱਕ ਕੇ ਕੰਡਾ ਬਣ ਗਿਆ ਸੀ।
ਪੇਸ਼ੀ ਲਈ ਆਏ ਇਨਕਲਾਬੀ ਸਾਥੀਆਂ ਵਿੱਚ ਇਸ ਗੱਲ ਉੱਤੇ ਬਹਿਸ ਚੱਲਦੀ ਰਹੀ ਕਿ ਮੁਕੱਦਮਾ ਲੜਨ ਦੀ ਨੀਤੀ ਕੀ ਹੋਣੀ ਚਾਹੀਦੀ ਹੈ। ਭਗਤ ਸਿੰਘ ਇੰਨਾ ਕਮਜ਼ੋਰ ਹੋ ਗਿਆ ਸੀ ਕਿ ਗੱਲਬਾਤ ਦੌਰਾਨ ਥੋੜ੍ਹੀ ਦੇਰ ਤੋਂ ਬਾਅਦ ਉਸ ਨੂੰ ਆਰਾਮ ਕੁਰਸੀ ਉੱਤੇ ਪੈ ਕੇ ਦਮ ਲੈਣਾ ਪੈਂਦਾ ਸੀ। ਭਗਤ ਸਿੰਘ ਅਤੇ ਦੱਤ ਵੱਲੋਂ ਇੰਨੀ ਲੰਮੀ ਭੁੱਖ ਹੜਤਾਲ ਤੋਂ ਬਾਅਦ ਵੀ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ ਸੀ। ਕੁਝ ਸਾਥੀਆਂ ਨੇ ਇਹ ਤਜਵੀਜ਼ ਰੱਖੀ ਕਿ ਜੇਲ੍ਹ ਅੰਦਰਲੇ ਬਾਕੀ ਸਾਰੇ ਇਨਕਲਾਬੀਆਂ ਨੂੰ ਵੀ ਭੁੱਖ ਹੜਤਾਲ ਦਾ ਐਲਾਨ ਕਰ ਦੇਣਾ ਚਾਹੀਦਾ ਹੈ, ਪਰ ਭਗਤ ਸਿੰਘ ਅਤੇ ਜਤਿੰਦਰ ਨਾਥ ਦਾਸ ਤੁਰੰਤ ਭੁੱਖ ਹੜਤਾਲ ਦਾ ਐਲਾਨ ਕਰਨ ਦੇ ਪੱਖ ਵਿੱਚ ਨਹੀਂ ਸਨ। ਉਹ ਭੁੱਖ ਹੜਤਾਲ ਨੂੰ ਇੱਕ ਰਾਜਨੀਤਿਕ ਲੜਾਈ ਦੇ ਰੂਪ ਵਿੱਚ ਲੜਨਾ ਚਾਹੁੰਦੇ ਸਨ। ਇਸ ਲਈ ਲੜਾਈ ਵੱਲ ਕੋਈ ਵੀ ਕਦਮ ਉਠਾਉਣ ਤੋਂ ਪਹਿਲਾਂ ਉਹ ਆਪਸੀ ਬਹਿਸ ਵਿਚਾਰ ਰਾਹੀਂ ਇਸ ਲੜਾਈ ਦੇ ਹਰ ਪਹਿਲੂ ਨੂੰ ਅੰਗਣ ਤੋਲਣ ਦੇ ਪੱਖ ਵਿੱਚ ਸਨ। ਇਸ ਤੋਂ ਇਲਾਵਾ ਮੰਗ ਪੱਤਰ ਦੇ ਰੂਪ ਵਿੱਚ ਇੱਕ ਚੰਗੇ ਸਿਆਸੀ ਦਸਤਾਵੇਜ਼ ਦੁਆਰਾ ਭੁੱਖ ਹੜਤਾਲ ਦੇ ਮਹੱਤਵ ਨੂੰ ਜਨਤਾ ਅਤੇ ਸਰਕਾਰ ਤੱਕ ਪਹੁੰਚਾਉਣਾ ਵੀ ਜ਼ਰੂਰੀ ਸੀ। ਇਸ ਗੱਲਬਾਤ ਅਤੇ ਮੰਗ ਪੱਤਰ ਤਿਆਰ ਕਰਨ ਵਾਲੇ ਵਿੱਚ 3 ਦਿਨ ਬੀਤ ਗਏ ਅਤੇ 13 ਜੁਲਾਈ ਨੂੰ ਭਗਤ ਸਿੰਘ ਅਤੇ ਦੱਤ ਦੀਆਂ ਮੰਗਾਂ ਦੀ ਹਮਾਇਤ ਵਿੱਚ 2 ਚੌਂ ਨੂੰ ਛੱਡ ਕੇ ਬਾਕੀ ਸਾਰੇ ਇਨਕਲਾਬੀ ਕੈਦੀਆਂ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਜਤਿੰਦਰ ਦਾਸ ਨੂੰ ਛੱਡ ਕੇ ਹੋਰ ਕਿਸੇ ਨੂੰ ਵੀ ਵਰਤ ਰੱਖਣ ਦਾ ਪਹਿਲਾਂ ਦਾ ਕੋਈ ਤਜਰਬਾ ਨਹੀਂ ਸੀ। ਜਤਿੰਦਰ ਦਾਸ ਨੇ ਕਿਸੇ ਵੱਲੋਂ ਵੀ ਜੋਸ਼ 'ਚ ਆ ਕੇ ਭੁੱਖ ਹੜਤਾਲ ਦਾ ਐਲਾਨ ਕਰਨ ਦਾ ਵਿਰੋਧ ਕੀਤਾ। ਉਸਨੇ ਕਿਹਾ, ਇਸ ਭੁੱਖ ਹੜਤਾਲ ਦਾ ਐਲਾਨ ਕਰਕੇ ਅਸੀਂ ਲੋਕ ਇੱਕ ਲੰਬੇ ਸੰਘਰਸ਼ ਵਿੱਚ ਉਤਰ ਰਹੇ ਹਾਂ ਤਾਂ ਜੋ ਇੱਕ ਤਰ੍ਹਾਂ ਨਾਲ ਰਿਵਾਲਵਰ ਜਾਂ ਪਿਸਤੌਲ ਦੀ ਲੜਾਈ ਤੋਂ ਵੀ ਕਿਤੇ ਕਠਿਨ ਹੈ। ਵਰਤ ਨਾਲ ਤਿਲ ਕਰਕੇ ਆਪਣੇ ਆਪ ਨੂੰ ਖਪਾ ਕੇ ਇੰਚ ਮੌਤ ਵੱਲ ਸਰਕਣ ਦੇ ਮੁਕਾਬਲੇ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਕੇ ਜਾਂ ਫਾਂਸੀ 'ਤੇ ਝੂਲ ਕੇ ਮਰ ਜਾਣਾ ਸੌਖਾ ਹੈ। ਇੱਕ ਵਾਰ ਵਰਤ ਕੇ ਦੇ ਮੈਦਾਨ ਵਿੱਚ ਉਤਰ ਕੇ ਪਿੱਛੇ ਹਟਣਾ ਇਨਕਲਾਬੀਆਂ ਦੇ ਮਾਣ ਸਨਮਾਨ ਨੂੰ ਹੇਠਾਂ ਸਿੱਟਣਾ ਹੋਵੇਗਾ। ਐਸੀ ਹਾਲਤ ਵਿੱਚ ਸੰਘਰਸ਼ ਵਿੱਚ ਕੁੱਦ ਕੇ ਪਿੱਛੇ ਹਟਣ ਦੀ ਤਾਂ ਥਾਂ ਸ਼ੁਰੂ ਤੋਂ ਹੀ ਉਸ ਵਿੱਚ ਸ਼ਾਮਲ ਨਾ ਹੋਣ ਕਿਤੇ ਬਿਹਤਰ ਹੋਵੇਗਾ। ਭੁੱਖ ਹੜਤਾਲ ਦੌਰਾਨ ਸਿਰਫ ਭੁੱਖ ਨਾਲ ਤਿਲ ਕਰਕੇ ਮਰਨਾ ਦਾ ਕਸ਼ਟ ਹੀ ਨਹੀਂ ਸੀ ਝੱਲਣਾ ਪੈਂਦਾ, ਸਗੋਂ ਜੇਲ੍ਹ ਅਫਸਰ ਤੇ ਪੁਲਿਸ ਭੁੱਖ ਹੜਤਾਲੀਆਂ ਨੂੰ ਜਬਰੀ ਖੁਰਾਕ ਦੇਣ ਲਈ ਜੋ ਜ਼ਬਰ ਢਾਉਂਦੇ ਸਨ ਉਹ ਸੁਣ ਕੇ ਲੂਹ ਕੰਢੇ ਹੋ ਜਾਂਦੇ ਹਨ। 8-10 ਹੱਟੇ ਕੱਟੇ ਬੰਦੇ ਕਿਸੇ ਭੁੱਖ ਹੜਤਾਲੀ ਉੱਤੇ ਝਪਟ ਪੈਂਦੇ, ਉਸ ਨੂੰ ਫੜ ਕੇ ਢਾਉਣ ਦੀ ਕੋਸ਼ਿਸ਼ ਕਰਦੇ। ਉਹ ਅੱਗੋਂ ਵਿਰੋਧ ਕਰਦਾ ਹਮਲਾਵਰ ਉੱਤੇ ਝਪਟਦਾ, ਉਸ ਨੂੰ ਨਸਲ ਕਰਨ ਲਈ ਉਸ ਦਾ ਬੇਰਹਿਮੀ ਨਾਲ ਕਟਾਪਾ ਕੀਤਾ ਜਾਂਦਾ। ਉਸ ਨੂੰ ਪਸ਼ੂ ਵਾਂਗ ਢਾਹ ਕੇ ਹੱਥ ਪੈਰ ਫੜ ਲਏ ਜਾਂਦੇ। ਨੱਕ ਰਾਹੀਂ ਦੁੱਧ ਪਾਉਣ ਦੀ ਕੋਸ਼ਿਸ਼, ਡਾਕਟਰ ਇੱਕ ਲੰਮੀ ਰਬੜ ਦੀ ਨਾਲੀ ਲੈ ਕੇ ਰਾਹੀਂ ਪੇਟ ਵਿੱਚ ਘਸੋੜਨ ਦਾ ਯਤਨ ਕਰਦਾ। ਭੁੱਖ ਹੜਤਾਲੀ ਖੰਘ ਕੇ ਹੁਬਕੀ ਲੈ ਕੇ ਨਾਲੀ ਨੂੰ ਪੇਟ ਵਿੱਚ ਜਾਣ ਤੋਂ ਰੋਕਦਾ। ਇਸ ਹੱਥੋਂ ਪਾਈ ਵਿੱਚ ਕਦੇ ਨਾਲੀ ਮੂੰਹ ਮਾ ਜਾਂਦੀ ਤਾਂ ਉਸ ਨੂੰ ਦੰਦਾਂ ਹੇਠ ਦੱਬ ਕੇ ਪੀ ਜਾਂਦਾ। ਕਦੇ ਡਾਕਟਰ ਧੀਰਜ ਗਵਾ ਬੈਠਦਾ, ਗੁੱਸੇ ਹੋ ਕੇ ਬੁੜਬੁੜ ਕਰਦਾ, ਉਸ ਨੂੰ ਛੱਡ ਕੇ ਅਗਲੀ ਕੋਠੜੀ ਵਾਲੇ ਭੁੱਖ ਹੜਤਾਲੀ ਨੂੰ ਜਾ ਢਾਉਂਦਾ। ਇਉਂ ਡਾਕਟਰ ਦੀ ਹਾਰ ਹੁੰਦੀ ਅਤੇ ਭੁੱਖ ਹੜਤਾਲੀ ਇਨਕਲਾਬੀ ਦੀ ਜਿੱਤ। ਭਗਤ ਸਿੰਘ ਇਨਕਲਾਬੀਆਂ ਦੀਆਂ ਵਾਜਬ ਮੰਗਾਂ ਬਾਰੇ ਅਤੇ ਹਕੂਮਤ ਦੇ ਪੱਥਰ ਚਿੱਤ ਰਵੱਈਏ ਤੇ ਜ਼ਬਰ ਬਾਰੇ ਸਰਕਾਰ ਨੂੰ ਅਤੇ ਸਿਆਸੀ ਲੀਡਰਾਂ ਨੂੰ ਚਿੱਠੀਆਂ ਲਿਖਦਾ। ਇਹ ਚਿੱਠੀਆਂ ਅਸੈਂਬਲੀ ਵਿੱਚ ਸਰਕਾਰ ਵਿਰੋਧੀ ਧਿਰ ਵੱਲੋਂ ਪੜ੍ਹੀਆਂ ਜਾਂਦੀਆਂ, ਅਖਬਾਰਾਂ ਵਿੱਚ ਛਪਦੀਆਂ। ਅਸੈਂਬਲੀ ਵਿੱਚ ਰਾਮ ਰੌਲਾ ਪੈਂਦਾ, ਜਿਸ ਦੇ ਨਤੀਜੇ ਵੱਲੋਂ ਮੁਲਕ ਦੇ ਕੋਨੇ ਵਿੱਚ ਵੱਸਦੇ ਲੋਕਾਂ ਦੀਆਂ ਨਜ਼ਰਾਂ ਜੇਲ੍ਹ ਅੰਦਰ ਨਿਹੱਥੇ ਇਨਕਲਾਬੀਆਂ ਵੱਲੋਂ ਅੰਗਰੇਜ਼ਾਂ ਹਕੂਮਤ ਖਿਲਾਫ ਲੜੀ ਜਾ ਰਹੀ ਅਨੋਖੀ ਸੂਰਮਗਤੀ ਵਾਲੀ ਲੜਾਈ ਉੱਤੇ ਟਿਕੀਆਂ ਹੋਈਆਂ ਸਨ। ਮੁਲਕ ਭਰ ਅੰਦਰ ਭਗਤ ਸਿੰਘ ਅਤੇ ਉਸਦੇ ਸਾਥੀਆਂ ਦਾ ਮਾਨ ਸਨਮਾਨ ਅਤੇ ਹਮਾਇਤ ਵੱਧਦੇ ਜਾ ਰਹੇ ਸਨ। ਭੁੱਖ ਹੜਤਾਲ ਦੌਰਾਨ ਭਗਤ ਸਿੰਘ ਆਪਣਾ ਸਾਰਾ ਕੰਮ ਲਿਖਣਾ, ਪੜ੍ਹਨਾ, ਨਹਾਉਣਾ, ਅਦਾਲਤ ਜਾਣਾ, ਦਸਤਾਵੇਜ਼ ਤਿਆਰ ਕਰਨਾ, ਸਰਕਾਰ ਨਾਲ ਚਿੱਠੀ ਪੱਤਰ ਕਰਨਾ, ਅਦਾਲਤ ਵਿੱਚ ਬਿਆਨ ਦੇਣਾ ਆਦਿਕ ਬਕਾਇਦਾ ਕਰਦਾ ਰਿਹਾ। 26 ਜੁਲਾਈ 1929 ਨੂੰ ਜਦ ਡਾਕਟਰ ਧੱਕੇ ਨਾਲ ਜਤਿੰਦਰ ਨਾਥ ਦਾਸ ਦੇ ਨੱਕ ਵਿੱਚ ਨਾਲੀ ਘਸੇੜ ਰਿਹਾ ਸੀ ਤਾਂ ਨਾਲੀ ਪੇਟ ਅੰਦਰ ਜਾਣ ਦੀ ਬਜਾਏ ਫੇਫੜੇ ਅੰਦਰ ਚਲੀ ਗਈ। ਸਾਹ ਘੁੱਟਣ ਨਾਲ ਦਾਸ ਦੀਆਂ ਅੱਖਾਂ ਬਾਹਰ ਆਉਣ ਲੱਗੀਆਂ, ਪਰ ਡਾਕਟਰ ਨੇ ਉਹਦੇ ਚਿਹਰੇ ਵੱਲ ਦੇਖੇ ਬਿਨਾਂ ਹੀ ਨਾਲੀ ਰਾਹੀਂ ਉਸਦੇ ਫੇਫੜਿਆਂ ਵਿੱਚ ਦੁੱਧ ਭਰ ਦਿੱਤਾ। ਉਹ ਬੇਹੋਸ਼ ਹੋ ਗਿਆ। ਮਗਰੋਂ ਉਸਦਾ ਇਲਾਜ ਕਰਨ ਦੇ ਬਾਵਜੂਦ ਉਸਦੀ ਹਾਲਤ ਦਿਨੋਂ ਦਿਨ ਵਿਗੜਦੀ ਗਈ। ਹਕੂਮਤ ਨੇ ਉਸਦੀ ਮੌਤ ਯਕੀਨੀ ਸਮਝ ਕੇ ਫਟਾਫਟ ਉਸਦੀ ਜ਼ਮਾਨਤ ਕਰਕੇ ਉਸਨੂੰ ਜੇਲ੍ਹ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਭੁੱਖ ਹੜਤਾਲੀ ਕੈਦੀਆਂ ਨੇ ਬੈਰਕ ਅੰਦਰ ਮੋਰਚਾਬੰਦੀ ਕਰਕੇ ਦਾਸ ਨੂੰ ਜੇਲ੍ਹ ਵਿੱਚੋਂ ਬਾਹਰ ਕੱਢਣ ਦੀ ਸਾਜ਼ਿਸ਼ ਫੇਲ ਕਰ ਦਿੱਤੀ। ਅਖੀਰ ਉਹ 13 ਸਤੰਬਰ 1929 ਨੂੰ ਤਿਲ ਕਰਕੇ ਖਤਮ ਹੁੰਦਾ ਹੋਇਆ 63 ਦਿਨਾਂ ਦੀ ਭੁੱਖ ਹੜਤਾਲ ਮਗਰੋਂ ਇੱਕ ਰਸਕਯੋਗ ਸੂਰਮਗਤੀ ਵਾਲੀ ਸ਼ਹੀਦੀ ਹਾਸਲ ਕਰ ਗਿਆ।
ਉਸ ਦਿਨ ਸਵੇਰ ਤੋਂ ਹੀ ਅਧਿਕਾਰੀਆਂ ਨੇ ਕੋਠੜੀ ਵਿੱਚ ਬੰਦ ਭੁੱਖ ਹੜਤਾਲੀਆਂ ਨੂੰ ਦਾਸ ਦੇ ਅੰਤਿਮ ਦਰਸ਼ਨਾਂ ਲਈ ਜੇਲ੍ਹ ਦੇ ਹਸਪਤਾਲ ਵਿੱਚ ਲੈ ਆਂਦਾ। ਸਾਰਿਆਂ ਨੇ ਖਾਮੋਸ਼ੀ ਨਾਲ ਉਸ ਦੇ ਚਾਰੇ ਪਾਸੇ ਖੜ੍ਹ ਕੇ ਆਪਣੀ ਸ਼ਰਧਾਂਜਲੀ ਭੇਟ ਕੀਤੀ। ਡਾਕਟਰਾਂ ਨੇ ਕਤਾਰ ਵਿੱਚ ਖੜ੍ਹੇ ਹੋ ਕੇ ਉਸ ਦੀ ਦੇਹ ਅੱਗੇ ਸੀਸ ਝੁਕਾਇਆ ਅਤੇ ਜੇਲ੍ਹ ਦੇ ਅੰਗਰੇਜ਼ ਸੁਪਰਡੈਂਟ ਨੇ ਆਪਣਾ ਹੈਟ ਲਾ ਕੇ ਫੌਜੀ ਸਲਾਮ ਵਿੱਚ ਉਸ ਦਾ ਸਨਮਾਨ ਕੀਤਾ। ਦਾਸ ਦੀ ਹਾਲਤ ਖਰਾਬ ਹੈ। ਇਹ ਖਬਰ ਸਵੇਰੇ ਸੰਝੇਰੇ ਹੀ ਲਾਹੌਰ ਵਿੱਚ ਹਨੇਰੀ ਵਾਂਗ ਫੈਲਦੀ ਜਾ ਰਹੀ ਸੀ ਅਤੇ ਜੇਲ੍ਹ ਦੇ ਫਾਟਕ ਅੱਗੇ ਉਸ ਦੇ ਅੰਤਿਮ ਦਰਸ਼ਨਾਂ ਲਈ ਸਾਰਾ ਸ਼ਹਿਰ ਢੇਰੀ ਹੋ ਗਿਆ ਸੀ। ਲਾਹੌਰ ਵਿੱਚ ਲਾਹੌਰ ਤੋਂ ਕਲਕੱਤੇ ਉਸ ਦਾ ਮੁਰਦਾ ਸਰੀਰ ਨੂੰ ਲਿਆ ਜਾਂਦੇ ਸਮੇਂ ਰਸਤੇ ਦੇ ਸਾਰੇ ਸਟੇਸ਼ਨਾਂ ਉੱਤੇ ਫਿਰ ਕਲਕੱਤੇ ਵਿੱਚ ਉਸ ਦੀ ਮੁਰਦਾ ਦੇਹ ਨੂੰ ਜੋ ਮਾਨ ਸਨਮਾਨ ਮਿਲਿਆ ਹੁਣ ਤੱਕ ਵੀ ਇੱਕ ਵਿਲੱਖਣ ਦ੍ਰਿਸ਼ ਹੈ। ਮੁਲਕ ਦੇ 5-7 ਬੰਦਿਆਂ ਨੂੰ ਛੱਡ ਕੇ ਸ਼ਾਇਦ ਹੀ ਕਿਸੇ ਹੋਰ ਵਿਅਕਤੀ ਨੂੰ ਇੰਨਾ ਆਦਰ ਅਤੇ ਮਾਨ ਸਨਮਾਨ ਮਿਲਿਆ ਹੋਵੇ। ਵਾਇਸਰਾਏ ਨੇ 17 ਸਤੰਬਰ ਨੂੰ ਜਤਿੰਦਰ ਨਾਥ ਦਾਸ ਦੇ ਅਰਥੀ ਜਲੂਸ ਦੀ ਇੰਗਲੈਂਡ ਨੂੰ ਭੇਜੀ ਰਿਪੋਰਟ ਵਿੱਚ ਕਿਹਾ ਸੀ। ਕਲਕੱਤੇ ਦੇ ਜਲੂਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਹੁਣ ਤੱਕ ਦੇ ਜਲੂਸਾਂ 'ਚੋਂ ਸਭ ਤੋਂ ਵੱਡਾ ਸੀ, ਉਸ ਵਿੱਚ 5 ਲੱਖ ਵਿਅਕਤੀ ਸਨ। ਭੁੱਖ ਹੜਤਾਲ ਸ਼ੁਰੂ ਹੋਣ ਤੋਂ ਲੈ ਕੇ ਭਗਤ ਸਿੰਘ ਅਤੇ ਉਸਦੇ ਸਾਥੀ ਲੋਕਾਂ ਦੀ ਚੇਤਨਤਾ ਵਿੱਚ ਹੋਰ ਗਹਿਰੇ ਉਤਰਦੇ ਗਏ। ਦਾਸ ਦੀ ਸ਼ਹੀਦੀ ਤੋਂ ਬਾਅਦ ਸਰਕਾਰ ਨੇ ਕੁਝ ਵਾਅਦੇ ਕੀਤੇ। ਕੁਝ ਦਿਨਾਂ ਲਈ ਭੁੱਖ ਹੜਤਾਲ ਛੱਡੀ ਗਈ ਅਤੇ ਫਿਰ ਸ਼ੁਰੂ ਕਰ ਦਿੱਤੀ ਗਈ ਕਿਉਂਕਿ ਸਰਕਾਰ ਦੇ ਝੂਠੇ ਵਾਅਦੇ ਨੰਗੇ ਹੋ ਗਏ ਸਨ। ਸਰਕਾਰ ਦੇ ਖਾਸੇ ਨੂੰ ਨੰਗਾ ਕਰਨਾ ਹੀ ਇਸ ਹੜਤਾਲੀ ਅੰਦੋਲਨ ਦਾ ਮਕਸਦ ਸੀ। ਭਗਤ ਸਿੰਘ ਅਤੇ ਦੱਤ ਨੇ 3 ਮਹੀਨਿਆਂ ਤੋਂ ਉੱਤੇ ਪਾਰ ਕੀਤੇ ਅਤੇ ਅਖੀਰ ਗੋਰਾਸ਼ਾਹੀ ਨੂੰ ਗੋਡਣੇ ਕਰਕੇ ਆਪਣੀਆਂ ਸਾਰੀਆਂ ਮੰਗਾਂ ਮਨਵਾਈਆਂ। ਸ਼ਹੀਦ ਸੁਖਦੇਵ ਨੂੰ ਇੱਕ ਚਿੱਠੀ ਵਿੱਚ ਭਗਤ ਸਿੰਘ ਦੱਸਦਾ ਹੈ, ਹੁਣ ਅਸੀਂ ਆਪਣੇ ਮੰਤਵ ਵਿੱਚ ਪੂਰੀ ਤਰ੍ਹਾਂ ਕਾਮਯਾਬ ਹੋਏ ਹਾਂ। ਸਜ਼ਾ ਤੋਂ ਪਿੱਛੋਂ ਅਸੀਂ ਦੇਖਿਆ ਕਿ ਸਾਡੀਆਂ ਜਮਾਤ ਦੇ ਕੈਦੀਆਂ ਦੀ ਹਾਲਤ ਬਹੁਤ ਭੈੜੀ ਹੈ। ਅਸੀਂ ਜਦੋਂ ਜੱਦੋ ਜਹਿਦ ਆਰੰਭ ਕੀਤੀ, ਮੈਂ ਤੁਹਾਨੂੰ ਪੂਰੀ ਸੰਜੀਦਗੀ ਨਾਲ ਦੱਸਦਾ ਹਾਂ ਕਿ ਸਾਨੂੰ ਇਹ ਯਕੀਨ ਸੀ ਕਿ ਅਸੀਂ ਬਹੁਤ ਥੋੜ੍ਹੇ ਸਮੇਂ ਅੰਦਰ ਹੀ ਮਰ ਜਾਵਾਂਗੇ। ਅਗਲੇ ਭਾਗ ਦੇ ਵਿੱਚ ਮੌਤ ਉੱਤੇ ਫਤਿਹ। ਥੈਂਕ ਯੂ ਜੀ।